हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਅੱਜ ਪ੍ਰੀਵੀਅਸ ਪੇਪਰ ਤੁਹਾਡੇ ਲੈ ਕੇ ਆਏ ਆ ਮਾਸਟਰ ਕੇਡਰ 60 ਹਿਸਟਰੀ ਦਾ। ਹਿਸਟਰੀ ਦੇ ਕਿਹੜੇ ਕੁਐਸਚਨ ਆਏ ਸੀ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਨਾਲ ਕਮੈਂਟ ਕਰ ਦਿਓ ਕਿੰਨੇ ਕੁਐਸਚਨ ਤੁਹਾਨੂੰ ਆਉਂਦੇ ਨੇ, ਕਿੰਨੀ ਤੁਹਾਡੀ ਤਿਆਰੀ ਹੈ, ਕਿੰਨੇ ਤੁਹਾਡੇ ਮਾਰਕਸ ਬਣਦੇ ਆ। ਸੋ ਦੋਨੋਂ ਕੰਮ ਹੋ ਜਾਣਗੇ, ਨਾਲੇ ਤੁਹਾਨੂੰ ਪ੍ਰੀਵੀਅਸ ਐਗਜ਼ਾਮ ਦੇ ਜਿਹੜੇ ਕੁਐਸਚਨ ਹੈ ਉਹ ਪਤਾ ਚੱਲ ਜਾਏਗਾ ਕਿਹੜੇ ਆਏ ਸੀ, ਕਿਹੜੇ ਟੌਪਿਕ ਦੇ ਵਿੱਚੋਂ ਜ਼ਿਆਦਾ ਆਏ ਸੀਗੇ। ਸੋ ਕਿੰਨੀ ਤੁਹਾਡੀ ਤਿਆਰੀ ਹੈ, ਨਾਲੇ ਤੁਹਾਡੇ ਲੈਵਲ ਦਾ ਤੁਹਾਨੂੰ ਪਤਾ ਜਿਹੜਾ ਚੱਲ ਜਾਏਗਾ। ਸੋ ਨਾਲ ਦੀ ਨਾਲ ਕਮੈਂਟ ਕਰਦੇ ਜਾਇਓ, ਗਲਤ ਹੋ ਜਾਏਗਾ ਕੋਈ ਗੱਲ ਨਹੀਂ, ਬਾਅਦ ਦੇ ਵਿੱਚ ਆਪਣੇ ਨੰਬਰ ਕਾਊਂਟ ਕਰ ਲਿਓ ਕਿੰਨੇ ਤੁਹਾਡੇ ਜਿਹੜੇ ਸਹੀ ਜਾਂਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ 150 ਦੇ ਵਿੱਚੋਂ ਕਿੰਨੇ ਮਾਰਕਸ ਆ ਜਿਹੜੇ ਉਹ ਬਣਦੇ ਆ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਜਿਹੜਾ ਆਇਆ ਹੋਇਆ ਸੀਗਾ, ਅਬੁਲ ਫਜ਼ਲ ਕਿਸ ਦੇ ਦਰਬਾਰ ਵਿੱਚ ਸੀਗਾ? ਬਾਬਰ, ਹਮਾਯੂ, ਅਕਬਰ ਜਾਂ ਫਿਰ ਜਹਾਂਗੀਰ? ਤਾਂ ਅਬੁਲ ਫਜ਼ਲ ਸੀਗਾ ਜਿਹੜਾ ਉਹ ਅਕਬਰ ਦੇ ਦਰਬਾਰ ਦੇ ਵਿੱਚ ਸੀਗਾ। ਆਪਸ਼ਨ ਈ ਡੀ ਰਾਈਟ ਆਨਸਰ ਬਣੇਗਾ। ਔਰੰਗਜ਼ੇਬ ਦੀ ਮੌਤ ਕਦੋਂ ਹੋਈ ਸੀ? 1706, 1707, 1708 ਜਾਂ 1709 ਦੇ ਵਿੱਚ? ਤਾਂ ਔਰੰਗਜ਼ੇਬ ਦੀ ਜਿਹੜੀ ਮੌਤ ਸੀ ਉਹ 1707 ਈਸਵੀ ਦੇ ਵਿੱਚ ਹੋਈ ਸੀ। ਅਗਲਾ ਪ੍ਰਸ਼ਨ ਆਇਆ ਹੋਇਆ ਹੈ, ਹੈਦਰ ਅਲੀ ਨੇ ਇਸ ਖੇਤਰ ਵਿੱਚ ਪ੍ਰਭੂਤਾ ਜਿਹੜੀ ਕਾਇਮ ਕੀਤੀ ਸੀ? ਕਿਹੜੇ ਖੇਤਰ ਦੇ ਵਿੱਚ ਕੀਤੀ ਸੀ? ਮੈਸੂਰ, ਹੈਦਰਾਬਾਦ, ਸਿੰਧ ਜਾਂ ਫਿਰ ਬੰਗਾਲ ਦੇ ਵਿੱਚ? ਤਾਂ ਇਹਦਾ ਆਨਸਰ ਆਏਗਾ ਮੈਸੂਰ। ਹੈਦਰ ਅਲੀ ਨੇ ਮੈਸੂਰ ਖੇਤਰ ਦੇ ਵਿੱਚ ਪ੍ਰਭੂਤਾ ਜਿਹੜੀ ਕਾਇਮ ਕਰੀ ਸੀ। ਵਾਸਕੋ ਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ ਸੀਗਾ? ਆਏ ਵਾਰ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਹੈ ਰਿਪੀਟ ਹੁੰਦਾ ਹੈ। 1492, 1946, 1498 ਜਾਂ 1501 ਦੇ ਵਿੱਚ? ਤਾਂ ਵਾਸਕੋ ਡੀ ਗਾਮਾ ਸੀ ਜਿਹੜਾ ਕਾਲੀਕਟ ਦੇ ਵਿੱਚ ਸਥਾਨ ਸੀ ਜਿਹੜਾ ਉਹ 1498 ਦੇ ਵਿੱਚ ਪਹੁੰਚਿਆ ਸੀਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪਲਾਸੀ ਦੇ ਯੁੱਧ ਨਾਲ ਕੌਣ ਸੰਬੰਧਿਤ ਨਹੀਂ ਸੀ? ਮੀਰ ਜਾਫਰ, ਮੋਹਨ ਲਾਲ, ਮੀਰ ਮਦਨ ਜਾਂ ਹੈਦਰ ਅਲੀ? ਤਾਂ ਪਲਾਸੀ ਦੇ ਯੁੱਧ ਨਾਲ ਜੋ ਸੰਬੰਧਿਤ ਨਹੀਂ ਸੀ ਪੁੱਛਿਆ ਗਿਆ ਤਾਂ ਉਹ ਸੀਗਾ ਹੈਦਰ ਅਲੀ। ਕਿਸ ਖੇਤਰ ਨੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਅਨੁਭਵ ਕੀਤੀ ਸੀ? ਅਸਾਮ, ਪੰਜਾਬ, ਬੰਗਾਲ ਜਾਂ ਫਿਰ ਰਾਜਸਥਾਨ ਨੇ? ਤਾਂ ਇਹ ਕੀਤੀ ਸੀ ਜੀ ਬੰਗਾਲ ਨੇ। ਦੋਹਰੀ ਵਿਵਸਥਾ, ਦੋਹਰੀ ਸ਼ਾਸਨ ਪ੍ਰਣਾਲੀ, ਬੰਗਾਲ ਵੰਡ ਤੁਸੀਂ ਨੇ ਪੜ੍ਹਿਆ ਹੋਣਾ, ਤਾਂ ਉਹਦੇ ਵਿੱਚੋਂ ਨਿਕਲਿਆ ਇਹ ਕੁਐਸਚਨ ਹੈ। ਭਾਰਤ ਵਿੱਚ ਸਥਾਈ ਵਿਵਸਥਾ ਕਦੋਂ ਹੈ ਜਿਹੜੀ ਸ਼ੁਰੂ ਕੀਤੀ ਗਈ ਸੀ? ਕਿਹੜੇ ਈਅਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ? 1757, 1764, 1773 ਜਾਂ 1793 ਦੇ ਵਿੱਚ? ਤਾਂ ਭਾਰਤ ਵਿੱਚ ਸਥਾਈ ਵਿਵਸਥਾ ਸੀ ਜਿਹੜੀ 1793 ਈਸਵੀ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਸੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੰਗਲ ਪਾਂਡੇ ਨੇ ਬਗਾਵਤ ਕੀਤੀ ਸੀ ਕਿੱਥੇ ਕੀਤੀ ਸੀਗੀ? ਚਰਬੀ ਵਾਲੇ ਕਾਰਤੂਸ ਕਾਰਨ, ਮੇਰਠ ਵਿਖੇ, ਬੈਰਕਪੁਰ, ਪੂਨਾ ਜਾਂ ਦਿੱਲੀ? ਤਾਂ ਮੰਗਲ ਪਾਂਡੇ ਨੇ ਜਿਹੜੀ ਬੈਰਕਪੁਰ ਵਿਖੇ ਬਗਾਵਤ ਕੀਤੀ ਸੀ, ਕਾਰਨ ਸੀ ਚਰਬੀ ਵਾਲੇ ਕਾਰਤੂਸਾਂ ਦਾ। ਮੇਰਠ ਦੀ ਬਗਾਵਤ ਆਰੰਭ ਹੋਈ ਸੀ ਕਦੋਂ ਆਰੰਭ ਹੋਈ ਸੀ? ਦੋਨੇ ਕੁਐਸਚਨ ਆਏ ਹੋਏ ਨੇ, ਕਿੱਥੇ ਹੋਈ ਸੀ, ਬਗਾਵਤ ਕਿੱਥੇ ਕੀਤੀ ਸੀ ਅਤੇ ਆਰੰਭ ਕਦੋਂ ਹੋਈ ਸੀ? ਤਾਂ ਮੇਰਠ ਦੀ ਜਿਹੜੀ ਬਗਾਵਤ ਸੀ ਜਿਹੜਾ ਇਹਦਾ ਆਰੰਭ ਹੋਇਆ ਸੀਗਾ ਉਹ 10 ਮਈ 1857 ਨੂੰ ਹੋਇਆ ਸੀ। ਆਪਸ਼ਨ ਆੜਾ। ਅਗਲਾ ਪ੍ਰਸ਼ਨ ਹੈ, ਲਾਰਡ ਹੈਨਰੀ ਲਾਰੈਂਸ ਸਰਕਾਰੀ ਰਿਹਾਇਸ਼ ਵਿੱਚ ਮਰਿਆ ਸੀ? ਕਿੱਥੇ ਮਰਿਆ ਸੀਗਾ? ਆਗਰਾ, ਦਿੱਲੀ, ਲਖਨਊ ਜਾਂ ਫਿਰ ਗਵਾਲੀਅਰ ਵਿਖੇ? ਤਾਂ ਲਾਰਡ ਹੈਨਰੀ ਲਾਰੈਂਸ ਸੀ ਜਿਹੜਾ ਉਹ ਲਖਨਊ ਵਿਖੇ ਸਰਕਾਰੀ ਰਿਹਾਇਸ਼ ਦੇ ਵਿੱਚ ਮਰਿਆ ਸੀਗਾ। ਸੋ ਜ਼ਿਆਦਾ ਔਖਾ ਐਗਜ਼ਾਮ ਨਹੀਂ ਆਇਆ, ਬਿਲਕੁਲ ਸੌਖਾ ਆਇਆ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਕਲਕੱਤਾ, ਬੰਬਈ, ਮਦਰਾਸ ਯੂਨੀਵਰਸਿਟੀਆਂ ਕਿਹੜੇ ਸਾਲ ਦੇ ਵਿੱਚ ਸਥਾਪਿਤ ਸੀ ਜਿਹੜੀਆਂ ਹੋਈਆਂ ਸੀ? 1856, 1857, 1858 ਜਾਂ 1859? ਤਾਂ ਇਹ ਹੋਈਆਂ ਸੀ ਜੀ 1857 ਦੇ ਵਿੱਚ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਸੀਗਾ? ਸੋ ਕਦੋਂ ਨਹੀਂ ਪੁੱਛਿਆ ਗਿਆ, ਇੱਥੇ ਹੋਇਆ ਪੁੱਛਿਆ ਗਿਆ। ਅਗਰ ਈਅਰ ਪਾ ਦਿੰਦੇ ਫਿਰ ਤਾਂ ਕਦੋਂ ਬਣ ਜਾਂਦੇ ਦਾ। ਤਾਂ ਪਹਿਲਾ ਸੈਸ਼ਨ ਹੋਇਆ ਸੀ ਕਿੱਥੇ ਹੋਇਆ ਸੀ? ਕਹਿਣ ਤੋਂ ਭਾਵੇਂ ਦਾ ਇਹ ਬਣਦਾ ਹੈ ਬੰਬਈ ਵਿਖੇ, ਮਦਰਾਸ ਵਿਖੇ, ਕਲਕੱਤਾ ਵਿਖੇ ਜਾਂ ਫਿਰ ਦਿੱਲੀ ਵਿਖੇ? ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਸੀ ਜਿਹੜਾ ਉਹ ਬੰਬਈ ਵਿਖੇ ਹੋਇਆ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦਾ ਤੀਸਰਾ ਜਿਹੜਾ ਸੈਸ਼ਨ ਸੀ ਉਹ ਕਿੱਥੇ ਹੋਇਆ ਸੀਗਾ? ਸੋ ਪਹਿਲਾ ਸੈਸ਼ਨ ਬੰਬਈ ਵਿਖੇ ਹੋਇਆ ਸੀ, ਤਾਂ ਤੀਜਾ ਪੁੱਛਿਆ ਗਿਆ
कलकत्ता, मद्रास, लाहौर ਜਾਂ इलाहाबाद। ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਿਹੜਾ ਤੀਸਰਾ ਸੈਸ਼ਨ ਸੀਗਾ ਇਹ ਮਦਰਾਸ ਵਿਖੇ ਹੋਇਆ ਸੀ। ਪਹਿਲਾ ਸੈਸ਼ਨ ਹੋਇਆ ਸੀ ਜਿਹੜਾ ਉਹ ਬੰਬਈ ਦੇ ਵਿੱਚ ਹੈ ਜਿਹੜਾ ਹੋਇਆ ਸੀਗਾ। ਸੋ ਅਗਲਾ ਪ੍ਰਸ਼ਨ ਇਹ ਹੋਇਆ, ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਖਿਆਲੀ ਲੀਡਰ ਦੀ ਪਹਿਚਾਣ ਕਰੋ। ਬਾਲ ਗੰਗਾਧਰ ਤਿਲਕ ਜਿਹਨੂੰ ਬੀਜੀ ਤਿਲਕ ਲਿਖਿਆ ਹੋਇਆ, ਅਰਵਿੰਦੋ ਘੋਸ਼, ਵਿਪਿਨ ਚੰਦਰਪਾਲ ਜਾਂ ਦਾਦਾ ਬਾਈ ਨਰੋਜੀ। ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਖਿਆਲੀ ਲੀਡਰ ਸੀ ਜਿਹੜੇ ਉਹ ਸੀਗੇ ਦਾਦਾ ਬਾਈ ਨਰੋਜੀ। ਅੱਗੇ ਗਦਰ ਪਾਰਟੀ ਦੇ ਲੀਡਰ ਦੀ ਪਹਿਚਾਣ ਕਰੋ, ਕਿਹੜਾ ਸੀਗਾ? ਰਵਿੰਦਰਨਾਥ ਟੈਗੋਰ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਜਾਂ ਹਸਰਤ ਮੋਹਿਨੀ। ਤਾਂ ਗਦਰ ਪਾਰਟੀ ਦਾ ਜਿਹੜਾ ਲੀਡਰ ਸੀਗਾ ਉਹ ਕਰਤਾਰ ਸਿੰਘ ਸਰਾਭਾ ਸੀ। ਆਪਸ਼ਨ ਏ ਡੀ। ਕਾਮਾਗਾਟਾ ਮਾਰੂ ਕੀ ਸੀ? ਸਕਦੀ ਪੰਜਾਬ ਟੈਟ ਦੇਣਾ ਤੁਸੀਂ ਨੇ, ਸਕਦੀ ਮਾਸਟਰ ਕਿਟ ਦੇਣਾ ਹੈ ਜਾਂ ਕੋਈ ਹੋਰ ਐਗਜ਼ਾਮ ਦੇਣਾ ਹੈ। ਇਹ ਕੁਐਸਚਨ 100% ਆਉਂਦਾ ਹੀ ਆਉਂਦਾ ਹੈ। ਬ੍ਰਿਟਿਸ਼ ਸਮੁੰਦਰੀ ਜਹਾਜ਼ ਸੀਗਾ, ਜਾਪਾਨੀ ਸਮੁੰਦਰੀ ਜਹਾਜ਼ ਸੀ, ਕੈਨੇਡੀਅਨ ਸਮੁੰਦਰੀ ਜਹਾਜ਼ ਸੀਗਾ ਜਾਂ ਫਿਰ ਭਾਰਤੀ ਸਮੁੰਦਰੀ ਜਹਾਜ਼ ਸੀ। ਤਾਂ ਕਾਮਾਗਾਟਾ ਮਾਰੂ ਜਿਹੜਾ ਜਾਪਾਨੀ ਸਮੁੰਦਰੀ ਜਹਾਜ਼ ਸੀ। ਅਗਲਾ ਪ੍ਰਸ਼ਨ ਹੈ, ਜ਼ਿਲ੍ਹਿਆਂਵਾਲਾ ਬਾਗ ਕਤਲੇਆਮ ਨਾਲ ਕੌਣ ਨਹੀਂ ਜੁੜਿਆ ਸੀ? ਜਨਰਲ ਡਾਇਰ, ਸੈਫੂਦੀਨ ਕਿਚਲੂ, ਡਾਕਟਰ ਸਤਪਾਲ ਜਾਂ ਫਿਰ ਸਰਦਾਰ ਅਜੀਤ ਸਿੰਘ। ਤਾਂ ਜ਼ਿਲ੍ਹਿਆਂਵਾਲੇ ਬਾਗ ਦਾ ਜੋ ਕਤਲੇਆਮ ਹੋਇਆ ਸੀ ਇਹਦੇ ਨਾਲ ਸਰਦਾਰ ਅਜੀਤ ਸਿੰਘ ਨਹੀਂ ਜੁੜੇ ਸੀਗੇ, ਬਾਕੀ ਤਿੰਨੋਂ ਜੁੜੇ ਸੀਗੇ, ਸੈਫੂਦੀਨ ਕਿਚਲੂ, ਜਨਰਲ ਡਾਇਰ ਅਤੇ ਡਾਕਟਰ ਸਤਪਾਲ। ਡਾਂਡੀ ਮਾਰਚ ਜਾਣਿਆ ਜਾਂਦਾ ਹੈ, ਕਿਸ ਲਈ ਜਾਣਿਆ ਜਾਂਦਾ? ਡਾਂਡੀ ਮਾਰਚ ਕਿਉਂ ਸੀ ਜਿਹੜਾ ਕੀਤਾ ਗਿਆ ਸੀ? ਤਾਂ ਡਾਂਡੀ ਮਾਰਚ ਹੈ ਜਿਹੜਾ ਨਮਕ ਸੱਤਿਆਗ੍ਰਹਿ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਗਤ ਸਿੰਘ ਨੂੰ ਫਾਂਸੀ ਜਿਹੜੀ ਕਦੋਂ ਦਿੱਤੀ ਗਈ ਸੀ? 1927, 1928, 1931 ਜਾਂ 1932 ਦੇ ਵਿੱਚ। ਤਾਂ ਭਗਤ ਸਿੰਘ ਨੂੰ ਫਾਂਸੀ ਹੈ ਜਿਹੜੀ 1931 ਦੇ ਵਿੱਚ ਦਿੱਤੀ ਗਈ ਸੀ। 1942 ਵਿੱਚ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਦੋਂ ਕੀਤਾ ਗਿਆ ਸੀ? ਕਿਹੜੇ ਮੰਥ ਦੇ ਵਿੱਚ, ਕਿਹੜੀ ਤਰੀਕ ਦੇ ਵਿੱਚ? ਸੋ ਮੇਨ ਈਅਰ 1942 ਇਹਨਾਂ ਨੇ ਆਪ ਹੀ ਮੈਂਸ਼ਨ ਕਰਤਾ ਉਰੇ। ਤਾਂ ਅਗਲੇ ਵਾਲੀ ਡੇਟ ਹੈ ਜਿਹੜੀ ਇਹਦੇ ਵਿੱਚ ਦੱਸਣੀ ਹੈ, 7, 9, 11 ਜਾਂ ਫਿਰ 13 ਅਗਸਤ ਨੂੰ। ਤਾਂ ਮਹਾਤਮਾ ਗਾਂਧੀ ਨੂੰ ਜਿਹੜਾ 9 ਅਗਸਤ 1942 ਨੂੰ ਗ੍ਰਿਫਤਾਰ ਹੈ ਜਿਹੜਾ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਵਲ ਦਾ ਉੱਤਰਾਧਿਕਾਰੀ ਕੌਣ ਸੀ? ਲਾਰਡ ਸੀ ਐਟਨੀ, ਲਾਰਡ ਐਸ ਕ੍ਰਿਪਸ, ਵਿਟਸਟਨ ਚਰਚਿਲ ਜਾਂ ਲਾਰਡ ਲੂਇਸ ਮਾਊਂਟਬੈਟਨ। ਤਾਂ ਭਾਰਤ ਦੇ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਵਲ ਦਾ ਜਿਹੜਾ ਉੱਤਰਾਧਿਕਾਰੀ ਸੀ ਉਹ ਲਾਰਡ ਲੂਇਸ ਮਾਊਂਟਬੈਟਨ ਸੀਗਾ। ਆਪਸ਼ਨ ਸੱਸਾ ਰਾਈਟ ਆਨਸਰ ਬਣੇਗਾ। ਵੰਡ ਤੋਂ ਪਹਿਲਾਂ ਦਾ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ? ਸਿਕੰਦਰ ਆਜ਼ਾਦ ਖਾਨ, ਖਿਜ਼ਰ ਆਜ਼ਾਦ ਖਾਨ, ਲਿਆਕਤ ਅਲੀ ਖਾਨ, ਸਰਦਾਰ ਬਲਦੇਵ ਸਿੰਘ। ਤਾਂ ਵੰਡ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਆਖਰੀ ਪ੍ਰਧਾਨ ਸੀ ਉਹ ਸੀਗਾ ਖਿਜ਼ਰ ਆਜ਼ਾਦ ਖਾਨ। ਭਾਰਤੀ ਸੁਤੰਤਰਤਾ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਵਿੰਸਟਨ ਚਰਚਿਲ, ਸਟੈਫੋਰਡ ਕ੍ਰਿਪਸ, ਕਲੀਮੈਂਟ ਐਟਲੀ, ਹੈਰੋਲੈਂਡ ਵਿਲਸਨ। ਤਾਂ ਭਾਰਤੀ ਸੁਤੰਤਰਤਾ ਸਮੇਂ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਉਹ ਕਲੀਮੈਂਟ ਐਟਲੀ ਸੀ। ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੁੰਦਾ ਹੈ ਐਗਜ਼ਾਮ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਕਿਸ ਦੇਸ਼ ਨੂੰ ਪੁਨਰ ਜਾਗਰਤੀ ਦਾ ਘਰ ਹੈ ਜਿਹੜਾ ਮੰਨਿਆ ਜਾਂਦਾ ਹੈ? ਜਰਮਨੀ, ਇਟਲੀ, ਫਰਾਂਸ ਜਾਂ ਫਿਰ ਸਵਿਟਜ਼ਰਲੈਂਡ ਨੂੰ। ਤਾਂ ਪੁਨਰ ਜਾਗਰਤੀ ਦਾ ਜਿਹੜਾ ਘਰ ਹੈ ਉਹ ਇਟਲੀ ਨੂੰ ਮੰਨਿਆ ਜਾਂਦਾ ਹੈ। ਮੋਨਾਲੀਸਾ ਕਿਸ ਦੀ ਰਚਨਾ ਹੈ? ਲੀਨਾਰਡੋ ਦੀ ਵਿੰਚੀ, ਮਾਈਕਲੈਂਜਲੋ, ਮੈਕੈਵਲੀ ਜਾਂ ਰਾਫੇਲ ਦੀ। ਤਾਂ ਮੋਨਾਲੀਸਾ ਜਿਹੜੀ ਰਚਨਾ ਹੈ ਉਹ ਲੀਨਾਰਡੋ ਦੀ ਵਿੰਸੀ ਜਾਂ ਵਿੰਚੀ ਦੀ ਹੈ। ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੁੰਦਾ ਹੈ, ਵਰਡ ਹਿਸਟਰੀ 'ਚੋਂ ਆਇਆ ਹੋਇਆ ਕੁਐਸਚਨ ਹੈ। ਅਗਲਾ ਪ੍ਰਸ਼ਨ ਹੈ, ਪੋਪ ਦੀ ਸੀਟ ਕਿੱਥੇ ਸਥਿਤ ਹੈ? ਰੋਮ, ਵਿਆਨਾ, ਪੈਰਿਸ ਜਾਂ ਫਿਰ ਫਲੋਰੈਂਸ। ਤਾਂ ਪੋਪ ਦੀ ਸੀਟ ਹੈ ਜਿਹੜੀ ਰੋਮ ਦੇ ਵਿੱਚ ਸਥਿਤ ਹੈ। ਆਪਸ਼ਨ ਊੜਾ। ਮਾਰਟਿਨ ਲੂਥਰ ਕਿਸ ਨਾਲ ਸੰਬੰਧਿਤ ਸੀਗਾ? ਕੈਥੋਲਿਕ ਮਤ ਨਾਲ, ਪ੍ਰੋਟੈਸਟੈਂਟ ਮਤ ਨਾਲ, ਐਗਲੋ ਮਤ ਨਾਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਜੋ ਮਾਰਟਿਨ ਲੂਥਰ ਹੋਇਆ ਤਾਂ ਪ੍ਰੋਟੈਸਟੈਂਟ ਮਤ ਦੇ ਨਾਲ ਇਹ
ਸੰਬੰਧਿਤ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਮਰੀਕੀ ਮਿਲਟਰੀ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਲ ਹੋਈ ਸੀ? 1914, 1915, 1916 ਜਾਂ 1917 ਦੇ ਵਿੱਚ। ਤਾਂ ਅਮਰੀਕੀ ਮਿਲਟਰੀ ਸੀ ਜਿਹੜੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ 1917 ਦੇ ਵਿੱਚ ਸ਼ਾਮਲ ਹੈ ਜਿਹੜੀ ਹੋਈ ਸੀ। ਸੋ ਵਰਲਡ ਹਿਸਟਰੀ ਦੇ ਕਾਫੀ ਕੁਐਸਚਨ ਆਏ ਹੋਏ ਹੈ। ਸਾਰੇ ਟੌਪਿਕ ਦੇ ਵਿੱਚੋਂ ਕੁਐਸਚਨ ਲਗਭਗ ਪਾਏ ਜਾਂਦੇ ਹੈ, ਚਾਹੇ ਉਹ ਹਿਸਟਰੀ ਹੈ ਚਾਹੇ ਉਹ ਪੋਲਿਟੀ ਹੈ। ਕੋਈ ਵੀ ਐਗਜ਼ਾਮ ਹੈ ਇੱਦਾਂ ਹੀ ਹੁੰਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀਗਾ? ਜੋ ਦੂਜਾ ਵਿਸ਼ਵ ਯੁੱਧ ਹੈ ਜਿਹੜਾ ਹੋਇਆ ਸੀ ਤਾਂ ਉਹ ਸੀਗਾ FD ਰੂਜ਼ਵੈਲਟ। ਸੋ ਰੂਜ਼ਵੈਲਟ ਯਾਦ ਰੱਖ ਲਿਓ, FD ਰੂਜ਼ਵੈਲਟ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਸੀਗਾ। ਪਹਿਲੇ ਵਿਸ਼ਵ ਯੁੱਧ ਵਿੱਚ ਕਿਹੜੇ ਦੇਸ਼ ਨੂੰ ਹਾਰ ਦਾ ਸਾਹਮਣਾ ਸੀ ਜਿਹੜਾ ਕਰਨਾ ਪਿਆ ਸੀ? ਫਰਾਂਸ, ਰੂਸ, ਜਰਮਨੀ ਜਾਂ ਫਿਰ ਸਪੇਨ ਨੂੰ? ਤਾਂ ਇਹ ਦੇਸ਼ ਸੀਗਾ ਜਰਮਨੀ, ਜਿਹਨੂੰ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਹਾਰ ਦਾ ਸਾਹਮਣਾ ਸੀ ਜਿਹੜਾ ਕਰਨਾ ਪਿਆ ਸੀ। ਦੂਸਰੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਚੈਂਬਰਲੇਨ, ਵਿੰਸਟਨ ਚਰਚਿਲ, ਕਲੀਮੈਂਟ ਐਟਲੀ, ਲੂਇਸ ਮਾਊਂਟਬੈਟਨ। ਤਾਂ ਦੂਜੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦਾ ਜੋ ਪ੍ਰਧਾਨ ਮੰਤਰੀ ਸੀ ਉਹ ਚੈਂਬਰਲੇਨ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਦੂਜੇ ਵਿਸ਼ਵ ਯੁੱਧ ਦੇ ਨਾਸ਼ਕ ਅਪਰਾਧ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਹ ਸੀਗਾ ਜੀ ਚਰਚਿਲ, ਵਿੰਸਟਨ ਚਰਚਿਲ। ਆਪਸ਼ਨ ਆੜਾ। ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦਾ ਚਾਂਸਲਰ ਕੌਣ ਸੀ? ਹਿੰਡਨਬਰਗ, ਹਿਟਲਰ, ਜਰਨੈਲ ਰੋਮਨ ਜਾਂ B ਮੁਸੋਲੀਨੀ। ਤਾਂ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਰਮਨੀ ਦਾ ਜਿਹੜਾ ਚਾਂਸਲਰ ਸੀ ਉਹ ਹਿਟਲਰ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਗ੍ਰੀਕਾਂ ਨੇ ਪੰਜਾਬ ਨੂੰ ਕਿਹੜਾ ਨਾਮ ਸੀ ਜਿਹੜਾ ਦਿੱਤਾ ਸੀ? ਪੰਚਨੰਦ, ਸਪਤ ਸਿੰਧੂ, ਪੈਟਾਪੋਟਾਮੀਆ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਜੋ ਗ੍ਰੀਕ ਹੋਏ ਸੀ, ਇੰਡੋ ਗ੍ਰੀਕ, ਤਾਂ ਇਹਨਾਂ ਨੇ ਪੰਜਾਬ ਨੂੰ ਜਿਹੜਾ ਪੈਟਾਪੋਟਾਮੀਆ ਦਾ ਨਾਮ ਸੀ ਜਿਹੜਾ ਦਿੱਤਾ ਗਿਆ ਸੀ। ਸੋ ਸਮੇਂ-ਸਮੇਂ ਦੇ ਅਨੁਸਾਰ ਪੰਜਾਬ ਦੇ ਨਾਮ ਸੀ ਜਿਹੜੇ ਬਦਲਦੇ ਗਏ ਸੀ। ਜਿਵੇਂ ਪੰਚਨੰਦ ਵੀ ਪੰਜਾਬ ਦਾ ਪੁਰਾਣਾ ਨਾਮ ਹੈ, ਸਪਤ ਸਿੰਧੂ ਵੀ ਪੰਜਾਬ ਦਾ ਪੁਰਾਣਾ ਨਾਮ ਹੈ, ਪੈਟਾਪੋਟਾਮੀਆ ਵੀ ਪੰਜਾਬ ਦਾ ਨਾਮ ਹੈ। ਤਾਂ ਇੱਥੇ ਇਹਨਾਂ ਨੇ ਕੁਐਸਚਨ ਇਹਦੇ 'ਚ ਨਿਚੋੜ ਕੇ ਜਿਹੜਾ ਕੱਢਿਆ ਹੈ ਕਿ ਗ੍ਰੀਕਾਂ ਨੇ, ਜੋ ਇੰਡੋ ਗ੍ਰੀਕ ਸੀ, ਇਹਨਾਂ ਨੇ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਸੀ? ਤਾਂ ਪੈਟਾਪੋਟਾਮੀਆ ਨਾਮ ਸੀ ਜਿਹੜਾ ਦਿੱਤਾ ਸੀਗਾ। ਪੰਜਾਬ ਸਥਿਤ ਹੈ ਕਿੱਥੇ ਸਥਿਤ ਹੈ? ਗੰਗਾ ਬੇਸਨ ਦੇ ਵਿੱਚ, ਇੰਡਸ ਬੇਸਨ ਦੇ ਵਿੱਚ, ਕਾਵੇਰੀ ਬੇਸਨ ਦੇ ਵਿੱਚ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਜਾਬ ਹੈ ਜਿਹੜਾ ਇੰਡਸ ਬੇਸਨ ਦੇ ਵਿੱਚ ਸਥਿਤ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਲਾਹੌਰ ਸ਼ਹਿਰ ਕਿਹੜੇ ਦਰਿਆ ਦੇ ਕੰਢਿਆਂ ਤੇ ਸਥਿਤ ਹੈ? ਬਿਆਸ, ਰਾਵੀ, ਚਨਾਬ ਜਾਂ ਜੇਹਲਮ। ਤਾਂ ਲਾਹੌਰ ਸ਼ਹਿਰ ਹੈ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ। ਆਪਸ਼ਨ ਆੜਾ। ਗੁਰੂ ਨਾਨਕ ਦੇਵ ਜੀ ਦਾ ਅਗਲਾ ਉੱਤਰਾਧਿਕਾਰੀ ਕੌਣ ਸੀ? ਹਿਸਟਰੀ ਆਫ ਪੰਜਾਬ ਦੇ ਵਿੱਚੋਂ ਕੁਐਸਚਨ ਹੈ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਅਰਜਨ ਦੇਵ ਜੀ। ਸੋ ਇਹਦਾ ਆਨਸਰ ਤੁਹਾਨੂੰ ਪਤਾ ਹੀ ਹੋਏਗਾ, ਸ਼੍ਰੀ ਗੁਰੂ ਅੰਗਦ ਦੇਵ ਜੀ, ਜੋ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਸੀ। ਅਗਲਾ ਪ੍ਰਸ਼ਨ ਪੁੱਛਿਆ ਗਿਆ, ਅੰਮ੍ਰਿਤਸਰ ਦਾ ਪਹਿਲਾ ਨਾਮ ਕੀ ਸੀ? ਗੁਰੂ ਦਾ ਚੱਕ, ਚੱਕ ਰਾਮਦਾਸ, ਰਾਮਦਾਸਪੁਰਾ ਜਾਂ ਉਪਰੋਕਤ ਸਾਰੇ। ਤਾਂ ਅੰਮ੍ਰਿਤਸਰ ਦਾ ਜਿਹੜਾ ਪਹਿਲਾ ਨਾਮ ਸੀਗਾ ਤਾਂ ਉਹ ਸੀਗਾ ਉਪਰੋਕਤ ਸਾਰੇ। ਤਿੰਨੋਂ ਹੀ ਆਪਸ਼ਨਾਂ ਦੇ ਵਿੱਚ ਪਾਈਆਂ ਗਈਆਂ ਨੇ, ਗੁਰੂ ਦਾ ਚੱਕ, ਚੱਕ ਰਾਮਦਾਸ, ਰਾਮਦਾਸਪੁਰਾ। ਤਾਂ ਇਹਦੇ 'ਚ ਆਪਸ਼ਨ ਸੱਸਾ ਪਏਗਾ। ਸੋ ਬਿਲਕੁਲ ਡਿਫੀਕਲਟ ਕੁਐਸਚਨ ਹੈ। ਹਰ ਇੱਕ ਇਹਦੇ ਵਿੱਚ ਜਿਹੜਾ ਕੋਈ ਸਹੀ ਆਨਸਰ ਹੈ ਜਿਹੜਾ ਉਹ ਨਹੀਂ ਲਾ ਸਕੇਗਾ, ਕਿਉਂਕਿ ਕੁਐਸਚਨ ਦੀ ਆਪਸ਼ਨ ਹੀ ਇੱਦਾਂ ਪਾਈ ਨੇ। ਇੱਦਾਂ ਨੇ ਕੁਐਸਚਨ 'ਤੇ ਕਈ ਵਾਰ ਜਿਹੜੀ ਓਬਜੈਕਸ਼ਨ ਹੈ ਜਿਹੜੀ ਉਹ ਲੱਗਦੀ ਹੈ, ਕਿਉਂਕਿ ਮਿਲਦੇ ਜੁਲਦੀਆਂ ਆਪਸ਼ਨਾਂ ਨੇ। ਅਗਲਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ ਕਿਹੜਾ ਸ਼ਹਿਰ ਹੈ ਜਿਹੜਾ ਸੰਬੰਧਿਤ ਹੈ? ਤਾਂ ਇੱਥੇ ਹਿਸਟਰੀ ਆਫ ਪੰਜਾਬ ਜਿਹੜੀ ਸਟਾਰਟ ਹੋਈ ਹੈ 37-38 ਕੁਐਸਚਨ ਤੋਂ ਬਾਅਦ ਹੈ। ਪੌਂਟਾ ਸਾਹਿਬ, ਪਟਨਾ ਸਾਹਿਬ, ਗया ਜਾਂ ਹਰਗੋਬਿੰਦਪੁਰ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ ਸੰਬੰਧਿਤ ਸ਼ਹਿਰ ਹੈ ਜਿਹੜਾ ਉਹ ਪਟਨਾ ਸਾਹਿਬ ਹੈ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ।
अगला प्रश्न है बाबा विनोद सिंह कौन सी? गुरु तेग बहादुर का अनुयायी सी, पंज प्यारिਆਂ ਦੇ ਵਿੱਚੋਂ ਇੱਕ ਸੀ, ਸਰਹਿੰਦ ਦਾ ਸਰਦਾਰ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਹਿਯੋਗੀ ਸੀ? ਤਾਂ ਬਾਬਾ ਜੋ ਵਿਨੋਦ ਸਿੰਘ ਸੀਗੇ ਉਹ ਬੰਦਾ ਸਿੰਘ ਬਹਾਦਰ ਦੇ ਸਹਿਯੋਗੀ ਸੀ, ਉਹਨਾਂ ਦੇ ਨਾਲ ਰਹਿੰਦੇ ਸੀਗੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਹੈ ਜਿਹੜੀ ਕਦੋਂ ਪ੍ਰਾਪਤ ਹੋਈ ਸੀ? ਮਾਰਚ 1716, ਅਪ੍ਰੈਲ 1716, ਮਈ 1716 ਜਾਂ ਫਿਰ ਜੂਨ 1716 ਦੇ ਵਿੱਚ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦੀ ਹੈ ਜਿਹੜੀ ਜੂਨ 1716 ਦੇ ਵਿੱਚ ਪ੍ਰਾਪਤ ਹੋਈ ਸੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ, ਸ਼ਹੀਦੀ ਸੀ ਜਿਹੜੀ ਪ੍ਰਾਪਤ ਹੋਈ ਸੀ? ਲਾਹੌਰ, ਸਰਹੰਦ, ਦਿੱਲੀ ਜਾਂ ਫਿਰ ਮੁਲਤਾਨ ਦੇ ਵਿੱਚ। ਤਾਂ ਇਹਨਾਂ ਨੂੰ ਜਿਹੜੀ ਸ਼ਹੀਦੀ ਸੀ ਉਹ ਦਿੱਲੀ ਦੇ ਵਿੱਚ ਪ੍ਰਾਪਤ ਹੋਈ ਸੀ। ਨਵਾਬ ਕਪੂਰ ਸਿੰਘ ਕਿਹੜੀ ਮਿਸਲ ਨਾਲ ਸੰਬੰਧ ਰੱਖਦਾ ਸੀ? ਫੈਜ਼ਲਪੁਰੀਆ, ਨਿਸ਼ਾਨ ਵਾਲੀਆ, ਨਕਈ ਜਾਂ ਫਿਰ ਡੱਲੇ ਵਾਲੀਆ। ਤਾਂ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਨਾਲ ਸੀ ਜਿਹੜਾ ਸੰਬੰਧ ਰੱਖਦਾ ਸੀ। ਅੱਗੇ ਮਿਸਲਾਂ ਨਾਲ ਸੰਬੰਧਿਤ ਕੁਐਸਚਨ ਆ ਗਏ, 3 ਕੁਐਸਚਨ ਆ ਗਏ ਜਿਹੜੇ ਮਿਸਲਾਂ ਨਾਲ ਸੰਬੰਧਿਤ ਨੇ। ਸ਼ੁਕਰ ਚੱਕੀਆਂ ਮਿਸਲ ਨਾਲ ਕੌਣ ਸੰਬੰਧ ਰੱਖਦਾ ਸੀ? ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਦੀਵਾਨ ਕੌੜਾਮੱਲ ਜਾਂ ਮਹਾਰਾਜਾ ਰਣਜੀਤ ਸਿੰਘ। ਤਾਂ ਸ਼ੁਕਰ ਚੱਕੀਆ ਜੋ ਮਿਸਲ ਸੀ ਤਾਂ ਇਸ ਨਾਲ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੰਬੰਧ ਰੱਖਦਾ ਸੀ। ਲਾਹੌਰ ਸ਼ਹਿਰ 'ਤੇ ਕਦੋਂ ਕਬਜ਼ਾ ਕੀਤਾ ਗਿਆ ਸੀ, ਕਿਹੜੇ ਈਅਰ ਦੇ ਵਿੱਚ ਕੀਤਾ ਗਿਆ ਸੀ? 1765, 1799, 1805 ਜਾਂ 1809। ਤਾਂ ਲਾਹੌਰ ਸ਼ਹਿਰ 'ਤੇ ਜਿਹੜਾ ਕਬਜ਼ਾ ਸੀਗਾ ਇਹ 1799 ਈਸਵੀ ਦੇ ਵਿੱਚ ਕੀਤਾ ਗਿਆ ਸੀ। ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ 'ਤੇ ਕਦੋਂ ਕਬਜ਼ਾ ਕੀਤਾ ਸੀ? 1816, 1817, 1818 ਜਾਂ 1819 ਦੇ ਵਿੱਚ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਸ਼ਹਿਰ 'ਤੇ ਜਿਹੜਾ 1818 ਈਸਵੀ ਦੇ ਵਿੱਚ ਕਬਜ਼ਾ ਜਿਹੜਾ ਕੀਤਾ ਸੀ। ਅਗਲਾ ਪ੍ਰਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਕਿਸ ਮਹੀਨੇ ਹੋਇਆ ਸੀ? ਕਮੈਂਟ ਕਰੀ ਜਾਇਓ ਨਾਲ ਦੀ ਨਾਲ ਤੇ ਅੱਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਤਾਂ ਜੂਨ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਸੀ ਜਿਹੜਾ ਹੋਇਆ ਸੀ। ਪਹਿਲਾ ਐਂਗਲੋ ਸਿੱਖ ਯੁੱਧ ਕਿਸ ਦੌਰਾਨ ਹੋਇਆ ਸੀ? ਵਰਲਡ ਹਿਸਟਰੀ ਦੇ ਕੁਐਸਚਨ ਹੈ। ਤਾਂ ਇਹ ਹੋਇਆ ਸੀ 1845 ਤੋਂ 46 ਦੇ ਦੌਰਾਨ ਪਹਿਲਾ ਐਂਗਲੋ ਯਾਨੀ ਕਿ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ। ਲਾਹੌਰ ਦਰਬਾਰ ਦੇ ਵਿੱਚ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਕੌਣ ਸੀ? ਤਾਂ ਉਹ ਸੀਗਾ ਜੀ ਹੈਨਰੀ ਲਾਰੈਂਸ। ਆਪਸ਼ਨ ਆੜਾ। 1849 ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਇਹ ਸੀਗਾ ਜੀ ਲਾਰਡ ਡਲਹੌਜੀ। ਸੋ ਤੁਹਾਨੂੰ 50 ਕੁਐਸਚਨ ਹੈ ਜਿਹੜੇ ਪ੍ਰੋਵਾਈਡ ਕੀਤੇ ਹੈ। ਬਾਕੀ ਦੇ ਕੁਐਸਚਨ ਹੈ ਜਿਹੜੇ 25 ਕੁਐਸਚਨ ਰਹਿੰਦੇ ਆ ਉਹ ਅਗਲੇ ਭਾਗ ਦੇ ਵਿੱਚ ਤੁਹਾਨੂੰ ਜਿਹੜਾ ਪ੍ਰੋਵਾਈਡ ਕਰਾਂਗੇ। ਸੋ 50 ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਗਏ ਹੈ, ਕਿੰਨੇ ਤੁਹਾਡੇ ਮਾਰਕਸ ਬਣ ਗਏ, ਆਪਣੀ ਇਮਾਨਦਾਰੀ ਨਾਲ ਦੱਸਣਾ ਹੈ। ਸੋ ਕਮੈਂਟ ਕਰ ਦਿਓ, ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਬਾਕੀ ਦੇ ਨੇ ਕੁਐਸਚਨ ਅਤੇ 35 ਵੈਸੇ ਹਿਸਟਰੀ ਦੇ ਕੁਐਸਚਨ ਤੁਹਾਨੂੰ ਅਗਲੇ 2 ਦਿਨਾਂ ਦੇ ਵਿੱਚ ਪ੍ਰੋਵਾਈਡ ਹੈ ਜਿਹੜੇ ਕਰ ਦਿੱਤੇ ਜਾਣਗੇ। ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੋ ਵੀ ਹੁਣ ਤੱਕ ਤੁਹਾਨੂੰ ਲੈਕਚਰ ਪ੍ਰੋਵਾਈਡ ਕੀਤੇ ਹੈ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜ਼ਰੂਰ ਰੀਡ ਕਰ ਲਿਓ। ਕਾਫੀ ਯੂਜ਼ਫੁਲ ਜਾਣਕਾਰੀ ਹੈ। ਜੋ ਵੀ ਪ੍ਰੀਵੀਅਸ ਐਗਜ਼ਾਮ ਨੇ ਲਗਭਗ ਸਾਰੇ ਕੁਐਸਚਨ ਆ ਉਹਨਾਂ ਦੇ ਵਿੱਚ ਹੈ ਜਿਹੜੇ ਤੁਹਾਨੂੰ ਕਰਵਾਏ ਗਏ ਨੇ। ਸੋ ਉਹਨਾਂ ਦੇ ਵਿੱਚੋਂ ਕਾਫੀ ਹੱਦ ਤੱਕ ਕੁਐਸਚਨ ਆਇਆ ਹੈ। ਬਾਕੀ PDF ਨੋਟਿਸ ਜੋ ਡਾਊਨਲੋਡ ਕਰਨਾ ਚਾਹੁੰਦੇ ਨੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਹਾਨੂੰ ਲਿੰਕ ਜਿਹੜੇ ਮਿਲ ਜਾਣਗੇ। ਤਾਂ ਉੱਥੋਂ ਤੁਸੀਂ SST ਜਿਹਦੇ ਵਿੱਚ ਪੋਲਿਟੀ ਆ ਗਈ, ਹਿਸਟਰੀ ਆ ਗਿਆ, ਜੋਗਰਾਫੀ ਆ ਗਈ, ਸਾਇੰਸ ਆ ਗਈ, ਵਾਤਾਵਰਨ ਆ ਗਈ, ਪੰਜਾਬ GK ਆ ਗਈ। ਤਾਂ ਇਹਦੇ ਵਿੱਚੋਂ ਕੋਈ ਵੀ PDF ਤੁਸੀਂ ਡਾਊਨਲੋਡ ਹੈ ਜਿਹੜੀ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ।